कोई ट्रैक्टर रैली इधर ने किसी लीडर ने कढ़ ली, किसी ने उधर कढ़ ली, जे उन्हां च वंडे जाणगे एक किस्म का मान लो किसान वंड हो जाने आ। इन्हीं लोगों को पाड़ पूड़ के तो जो मसले आ ठंडे वास्ते तो पा देने आ, फिर मान लो जो पै गया तो फिर गल खत्म है। अच्छा भाई, ਤੁਹਾਡਾ ਕੀ ਕਹਿਣਾ ਹੁਣ ਕਿਸਾਨ ਆਪਦੀਆਂ ਫਸਲਾਂ ਲੈ ਕੇ ਇੱਥੇ ਮੰਡੀਆਂ ਦੇ ਵਿੱਚ ਪਹੁੰਚਦੇ ਪਏ ਨੇ, ਕੀ ਕਹੋਗੇ ਇਹਦੇ ਬਾਰੇ? ਜਿਹੜਾ ਕਿਸਾਨ ਹੁਣ ਫਸਲ ਲੈ ਕੇ ਮੰਡੀ 'ਚ ਪਹੁੰਚਦੇ ਆ ਸਰਕਾਰੀ ਮੰਡੀ 'ਚ, ਨਾ ਕਿ ਪ੍ਰਾਈਵੇਟ ਮੰਡੀ 'ਚ। ਤੇ ਸਰਕਾਰੀ ਮੰਡੀ ਦੇ ਵਿੱਚ ਇਦਾਂ ਵੀ ਹਰੇਕ ਚੀਜ਼ ਗਵਰਨਮੈਂਟ ਦੁਆਰਾ ਤੈਅ ਕੀਤੀ ਹੋਈ ਆ, ਮਜ਼ਦੂਰੀ ਤੈਅ ਕੀਤੀ ਹੋਈ ਆ, ਜ਼ਿਮੀਂਦਾਰ ਨੂੰ ਪ੍ਰਾਈਸ ਤੈਅ ਕੀਤੀ ਹੋਈ ਆ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ। ਤੇ ਜੇ ਮੰਨ ਲਓ ਪ੍ਰਾਈਵੇਟ ਬਰਾਬਰ ਤੇ ਮੰਡੀ ਖੁੱਲ ਜਾਂਦੀ ਆ, ਉਹਦੇ ਵਿੱਚ ਮੰਨ ਲਓ ਇਹੋ ਹੀ ਮੰਨ ਲਓ ਹੈਗਾ ਕਿ ਉਹ ਪਹਿਲਾਂ ਹੋ ਸਕਦਾ 2-4 ਸਾਲ ਮੰਨ ਲਓ ਸਹੀ ਮੰਨ ਲਓ ਵੱਧ ਪ੍ਰਾਈਸ ਨਾਲ ਖਰੀਦੇ, ਤੇ ਜਿਹੜੀਆਂ ਐਕਚੁਅਲ 'ਚ ਫਿਰ ਸਰਕਾਰੀ ਮੰਡੀਆਂ ਉਹ ਲਗਭਗ ਬੰਦ ਹੋਣ ਦੇ ਕੰਢੇ ਹੋ ਜਾਣਗੀਆਂ। ਤੇ ਜਿਹੜਾ ਹੈਗਾ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਆਪਣੇ ਮਤਲਬ ਪ੍ਰਾਈਵੇਟ ਵਾਲੇ ਜੋ ਸਟਾਕ ਕੀਤਾ ਹੋਇਆ ਆ ਉਹਨੂੰ ਮੰਨ ਲਓ ਆਪਣੇ ਮਨਮਰਜ਼ੀ ਦੇ ਭਾਅ 'ਤੇ ਵੇਚਣਗੇ। ਇਨੀ ਜਿਹੜੇ ਤਿੰਨੇ ਹੀ ਮੰਨ ਲਓ ਕਾਨੂੰਨ ਪਾਸ ਕੀਤੇ ਉਹ ਬਿਲਕੁਲ ਗਲਤ ਆ, ਉਹ ਮੰਨ ਲਓ ਸਹੀ ਨਹੀਂ। ਨਾ ਕਿਸੇ ਵੀ ਕਿਸਾਨ ਜਥੇਬੰਦੀਆਂ ਨੂੰ ਇਨੀ ਨਾਲ ਲਿਆ, ਨਾ ਕਿਸੇ ਮੰਨ ਲਓ ਆੜਤੀਆਂ ਨੂੰ ਲਿਆ। ਇਨੀ ਆਪਣੇ ਲੈਵਲ 'ਤੇ ਇੱਕ ਮਹਾਮਾਰੀ ਦੇ ਦੌਰ ਦੇ ਵਿੱਚ ਮੰਨ ਲਓ ਇਨੀ ਪਾਸ ਕਰਕੇ ਤਾਂ ਸਾਰੇ ਮੰਨ ਲਓ ਲਾ ਬਣਾਤਾ। ਜਿਹੜਾ ਛੋਟਾ ਜ਼ਿਮੀਂਦਾਰ ਆ ਉਹ ਪਹਿਲਾਂ ਵੀ ਆਲਰੇਡੀ ਕਿਸੇ ਸਟੇਟ 'ਚ ਨਹੀਂ ਜਾਂਦਾ ਫਸਲ ਵੇਚਣ, ਉਹ ਮੰਨ ਲਓ ਜਾਂ ਤਾਂ ਆੜਤੀਏ ਕੋਲ ਆਊਗਾ ਜਾਂ ਫਿਰ ਮੰਨ ਲਓ ਉਹਦੇ ਕੋਲ ਇੰਨੀਆਂ ਫੈਸਿਲਿਟੀਆਂ ਹੀ ਨਹੀਂ ਕਿ ਉਹ ਮੰਨ ਲਓ ਕਿਸੇ ਦੂਸਰੀ ਸਟੇਟ 'ਚ ਜਾਵੇ। ਤੇ ਜਿਹੜਾ ਹੈਗਾ ਉਹ ਫਿਰ ਵੱਡੇ ਸਰਮਾਏਦਾਰ ਜਿਹੜੇ ਹੈਗੇ ਆ ਉਹੀ ਉਹਨਾਂ ਤੋਂ ਮਾਲ ਖਰੀਦਣਗੇ, ਆਪਣੇ ਮਨਮਰਜ਼ੀ ਦੇ ਮੰਨ ਲਓ ਰੇਟ ਲਾਉਣਗੇ, ਆਪਣਾ ਹੀ ਸਾਰਾ ਕਰਨਗੇ। ਹੁਣ ਇੱਕ ਪਿਆਜ਼ ਤੇ ਟਮਾਟਰ ਹੀ ਲੈ ਲਓ, ਜਦੋਂ ਆਪਾਂ ਜ਼ਿਮੀਂਦਾਰ ਤੋਂ ਪਰਚੇਜ ਕਰਦੇ ਉਦੋਂ 5 ਰੁਪਏ 10 ਰੁਪਏ, ਜਦੋਂ ਮੰਨ ਲਓ ਹੈਗਾ ਸਟੋਰਾਂ 'ਚ ਵਪਾਰੀਆਂ ਦੇ ਖਾਤਿਆਂ 'ਚ ਪਹੁੰਚ ਜਾਂਦਾ ਉਦੋਂ ਇਹ 100 ਰੁਪਏ ਵੀ ਹੋ ਜਾਂਦਾ, 50 ਰੁਪਏ ਹੁੰਦਾ। ਅੱਜ ਦੀ ਡੇਟ 'ਚ ਹੁਣ 50 ਰੁਪਏ ਵਿਕਦਾ ਪਿਆ। ਇਹ ਹਾਲਾਤ ਸਾਰੇ ਜਿਹੜੇ ਹੈਗੇ ਨੇ ਮੋਦੀ ਸਰਕਾਰ ਨੂੰ ਵੀ ਨਜ਼ਰ ਆ ਰਹੇ, ਪਰ ਉਹ ਇੱਦਾਂ ਕਰ ਕਿਉਂ ਰਹੇ ਨੇ? ਇਹ ਬਿੱਲ ਜਿਹੜੇ ਹੈਗੇ ਮਹਾਮਾਰੀ ਦੇ ਦੌਰਾਨ ਪਾਸ ਕਰ ਦਿੱਤੇ ਗਏ, ਇਮੀਡੀਏਟ ਕਿਸੇ ਤੋਂ ਸਲਾਹ ਵੀ ਨਹੀਂ ਲਈ ਗਈ ਉਹਨਾਂ ਵੱਲੋਂ। ਹੁਣ ਜਿੱਥੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਵੀ ਕਹਿ ਰਹੇ ਵੀ ਸਾਨੂੰ ਬਿਲਕੁਲ ਨਹੀਂ ਪੁੱਛਿਆ ਗਿਆ। ਇਹ ਤਾਂ ਨਹੀਂ ਹੋ ਸਕਦਾ ਵੀ ਅਕਾਲੀ ਦਲ ਨੂੰ ਨਾ ਹੋਊ। ਇਹੋ ਹੀ ਬਾਦਲ ਸਾਹਿਬ ਜਿਹੜੇ ਮੰਨ ਲਓ ਪਹਿਲਾਂ ਕਹਿੰਦੇ ਸੀ ਇਹ ਜ਼ਿਮੀਂਦਾਰਾਂ ਦੇ ਬੈਨੀਫਿਟ 'ਚ ਆ, ਜਦੋਂ ਐਂਡ 'ਤੇ ਹੁਣ ਮੰਨ ਲਓ ਨਹੀਂ ਇਹਨਾਂ ਨੂੰ ਲੱਗਾ ਕਿਸਾਨ ਜਥੇਬੰਦੀਆਂ ਸਾਰੀਆਂ ਤੋਂ, ਉਦੋਂ ਇਹ ਮੰਨ ਲਓ ਇਸ ਬਿੱਲ ਦੇ ਵਿਰੋਧ 'ਚ ਹੋਏ। ਚਲੋ ਵੈਸੇ ਤਾਂ ਇਹਨਾਂ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੀਆਂ ਨੂੰ ਚਾਹੀਦਾ ਵੀ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਮੰਨ ਲਓ ਸੈਂਟਰ ਦੁਆਰਾ ਥੋਪੇ ਹੋਏ ਕਾਨੂੰਨ ਨੂੰ ਇਹੋ ਰੱਦ ਕਰਾਉਣ, ਫਿਰ ਹੀ ਇਹਦਾ ਹੱਲ ਹੋ ਸਕਦਾ, ਨਹੀਂ ਤਾਂ ਕੋਈ ਮੰਨ ਲਓ ਨਹੀਂ। ਮਤਲਬ ਤੁਹਾਡਾ ਕਹਿਣਾ ਇਹ ਹੈ ਕਿ ਹਜੇ ਤੱਕ ਸਿਰਫ ਤੇ ਸਿਰਫ ਰਾਜਨੀਤੀ ਚੱਲਦੀ, ਮਤਲਬ ਬਸ ਲਗਭਗ ਰਾਜਨੀਤੀ ਚੱਲਦੀ ਆ। ਮਤਲਬ ਹਰੇਕ ਕੋਈ ਪਾਰਟੀ ਵਾਲਾ ਲੱਗਦਾ ਸਾਨੂੰ ਕਿ ਆਪਣਾ ਪਲੇਟਫਾਰਮ ਇਸ ਆਉਣ ਵਾਲੀਆਂ ਇਲੈਕਸ਼ਨਾਂ 2022 ਦੀਆਂ ਉਹੀ ਦੇਖਣਾ ਚਾਹੁੰਦਾ ਬਸ। ਅੱਜ ਜਿੱਦਾਂ ਪੰਜਾਬ ਆਪਣਾ ਕ੍ਰਿਸ਼ੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਆ, ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਹਾਲਾਤ ਕੀ ਹੋਣਗੇ ਫਿਰ ਤੁਹਾਡੇ ਹਿਸਾਬ ਨਾਲ? ਦੇਖੋ ਮੰਨ ਲਓ ਜੇ ਇੱਥੇ ਮੰਨ ਲਓ ਪੰਜਾਬ ਦੇ ਵਿੱਚ MSP 'ਤੇ ਖਰੀਦਿਆ ਜਾਂਦਾ ਕਣਕ ਝੋਨਾ, ਅਤੇ ਇੱਥੇ ਦਾ ਜ਼ਿਮੀਂਦਾਰ ਖੁਸ਼ਹਾਲ ਆ। ਬਾਕੀ ਮੰਨ ਲਓ ਸਟੇਟਾਂ ਦੇ ਜਿਹੜੇ ਜ਼ਿਮੀਂਦਾਰ ਤੁਸੀਂ ਕਿਸੇ ਵੀ ਦੇਖ ਲਓ, ਪੰਜਾਬ ਤੋਂ ਹਰਿਆਣੇ ਦਾ ਇੱਕ ਪੰਜਾਬ ਦਾ ਫਾਰਮਰਸ ਖੜਾ ਕਰ ਦਿਓ, ਇੱਕ ਬਿਹਾਰ ਦਾ ਫਾਰਮਰਸ ਖੜਾ ਕਰ ਦਿਓ, ਅਤੇ ਤੁਹਾਨੂੰ ਐਕਚੁਅਲ 'ਚ ਪੋਜੀਸ਼ਨ ਆ ਜਾਊਗੀ। ਮੇਰਾ ਖਿਆਲ 2014 ਅੰਕ ਦੇ ਵਿੱਚ MSP ਦਾ ਜਿਹੜਾ ਬਿਹਾਰ 'ਚੋਂ ਚੱਕੀ ਗਈ ਸੀ, ਪਰ ਉੱਥੇ ਦੇ ਮੰਨ ਲਓ ਆ 16-17 ਸਾਲ ਬੀਤ ਜਾਣ ਦੇ ਬਾਵਜੂਦ ਵੀ ਉੱਥੇ ਦੇ ਜ਼ਿਮੀਂਦਾਰ ਦੀ ਹਾਲਤ ਦੇਖ ਲਓ। ਆਟੋਮੈਟੀਕਲੀ ਇੱਥੇ ਦਾ ਵੀ ਫਾਰਮਰਸ ਜਿਹੜਾ ਪੰਜਾਬ ਆ ਉਹ ਮੰਨ ਲਓ ਇਕਨੋਮਿਕਲੀ ਡਾਊਨ ਹੀ ਜਾਊਗਾ। ਇਹੋ ਜਿਹੀ ਕੀ ਮਜਬੂਰੀ ਸੀਗੀ ਮੋਦੀ ਸਾਹਿਬ ਨੂੰ ਵੀ ਇੰਨਾ ਇਮੀਡੀਏਟ ਉਹਨਾਂ ਨੂੰ ਇਹ ਐਕਸ਼ਨ ਲੈਣਾ ਪਿਆ? ਪਿਛਲੇ 5 ਸਾਲ ਵੀ ਉਹਨਾਂ ਦੇ ਹੱਥ 'ਚ ਹੀ ਸੀਗੇ। ਹੁਣ ਜਿਹੜਾ ਨਵਾਂ ਸੈਸ਼ਨ ਉਹਨਾਂ ਦਾ ਸ਼ੁਰੂ ਹੋਇਆ, ਇਹਦੇ ਵਿੱਚ ਹੁਣ ਲਗਾਤਾਰ ਮਤਲਬ ਇੱਕ ਤੋਂ ਇੱਕ ਨਵਾਂ ਕਾਨੂੰਨ ਜਿਹੜਾ ਲੈ ਕੇ ਆ ਰਹੇ ਨੇ, ਇਹੋ ਜਿਹਾ ਕੀ ਸਮਝਦੇ ਹੋ ਵੀ ਕੀ ਉਹਨਾਂ ਦੇ ਦਿਮਾਗ 'ਚ ਚੱਲਦਾ ਹੋਊਗਾ? ਮੰਨ ਲਓ ਸਾਨੂੰ ਤਾਂ ਲੱਗਦਾ ਹੈ ਕਿ ਐਕਚੁਅਲ 'ਚ ਜਿਹੜੇ ਪਿੱਛੇ ਇਲੈਕਸ਼ਨਾਂ ਦੇ ਪਿੱਛੇ ਸਰਮਾਏਦਾਰ ਪੈਸਾ ਲਾ ਰਹੇ ਆ, ਉਹਨਾਂ ਦੇ ਹੀ ਮੰਨ ਲਓ ਏਜੰਡਿਆਂ 'ਤੇ ਕੰਮ ਚੱਲਦਾ ਪਿਆ ਆ। ਉਹ ਜਿੱਦਾਂ ਕਹਿੰਦੇ ਪਏ ਆ ਵੀ ਮੰਨ ਲਓ ਪਾਰਦਰਸ਼ੀ ਹੋਣਾ ਚਾਹੀਦਾ ਜਾਂ ਉਹਨਾਂ ਦੇ ਕੰਟਰੋਲ ਥੱਲੇ ਮੰਨ ਲਓ ਆਉਣਾ ਚਾਹੀਦਾ। ਇਸੇ ਕਰਕੇ ਸਾਨੂੰ ਤਾਂ ਲੱਗਦਾ ਕਿ ਉਹਨਾਂ ਦੀ ਇਹੋ ਹੀ ਸੋਚ ਹੋਊਗੀ। ਬਾਕੀ ਜੇ ਕਿਹਾ ਜਾਵੇ ਕਿ ਮੰਨ ਲਓ ਜ਼ਿਮੀਂਦਾਰਾਂ ਦੇ ਫਾਇਦੇ 'ਚ ਬਣਾ ਰਹੇ ਆ, ਉਹ ਤਾਂ ਨਹੀਂ। ਜੇ ਉਹ ਚਾਹੁਣ ਜ਼ਿਮੀਂਦਾਰਾਂ ਦਾ ਫਾਇਦਾ ਕਰਨਾ ਤਾਂ ਇੱਕ ਲਾਈਨ ਦੇ ਵਿੱਚ ਉਹ ਲਿਖ ਸਕਦੇ ਆ ਕਿ ਜਿਹੜਾ ਹੈਗਾ ਕੋਈ ਵੀ ਮੰਨ ਲਓ ਵਪਾਰੀ
ਜਾਂ ਕੋਈ ਵੀ ਵਰਗ ਜਾਂ ਕੋਈ ਵੀ ਜਿਹਨੂੰ ਇਹ ਕਹਿੰਦੇ ਜੀ ਇੱਕ ਪੈਨ ਨੰਬਰ ਲੈ ਕੇ ਆ ਜਾਵੇ ਤੇ ਆਪਣੀ ਜਿੰਸ ਖਰੀਦ ਲਵੇ, ਜਿੱਥੇ ਮਰਜ਼ੀ ਲੈ ਕੇ ਚੱਲ ਜਾਵੇ। ਉਹ ਪੈਨ ਨੰਬਰ ਵਾਲਾ ਜੇ ਇੱਕੋ ਹੀ 4 ਸ਼ਬਦਾਂ 'ਚੋਂ ਕਹਿ ਦੇਣ ਵੀ ਮਿਨੀਮਮ ਪ੍ਰਾਈਸ ਤੋਂ ਥੱਲੇ ਕੋਈ ਵੀ ਨਹੀਂ ਖਰੀਦ ਸਕਦਾ ਤੇ ਮਸਲਾ ਹੱਲ ਹੋ ਜਾਂਦਾ। ਕੋਈ ਇਹ 'ਚ ਲੰਬੀ ਚੌੜੀ ਵਾਲੀ ਤਾਂ ਗੱਲ ਨਹੀਂ। ਭਾਈ ਜਿੱਦਾਂ ਕਿਸਾਨ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ, ਬਹੁਤ ਉਹਨਾਂ ਵੱਲੋਂ ਮੁਹਿੰਮਾਂ ਵਿੱਢੀਆਂ ਜਾ ਰਹੀਆਂ, ਕਿਤੇ ਸੜਕਾਂ ਰੋਕੀਆਂ ਜਾ ਰਹੀਆਂ, ਪੰਜਾਬ ਬੰਦ ਦੇ ਸੱਦੇ ਦਿੱਤੇ ਜਾ ਰਹੇ ਨੇ, ਦਿੱਲੀ ਵੱਲ ਨੂੰ ਵੀ ਜਾਣ ਦੀ ਜਿਹੜੀ ਹੈਗੀ ਤਿਆਰੀ ਵਿੱਢੀ ਗਈ ਸੀ ਉਹਨਾਂ ਵੱਲੋਂ, ਪਰ ਕਿਤੇ ਨਾ ਕਿਤੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਵਿੱਚ ਆ ਗਈਆਂ, ਉਹਨਾਂ ਵੱਲੋਂ ਵੀ ਪ੍ਰੋਗਰਾਮ ਉਲੀਕੇ ਗਏ। ਹੁਣ ਹੋ ਕੀ ਰਿਹਾ ਕਿ ਕਿਸਾਨਾਂ ਦਾ ਦਿੱਲੀ ਵੱਲ ਨੂੰ ਤਾਂ ਜਿਹੜੀ ਤਿਆਰੀ ਸੀਗੀ ਉਹ ਠੰਡੇ ਬਸਤੇ 'ਚ ਪੈਂਦੀ ਨਜ਼ਰ ਆ ਰਹੀ ਹੈ। ਇਸ 'ਤੇ ਤੁਸੀਂ ਕੀ ਕਹੋਗੇ? ਜਿਹੜਾ ਕਿਸਾਨ, ਇਹ ਬਿਲਕੁਲ ਗੱਲ ਸਹੀ ਹੈ ਕਿ ਜਿਹੜੀਆਂ ਹੈਗੀਆਂ ਕਿਸਾਨ ਜਥੇਬੰਦੀਆਂ ਮੰਨ ਲਓ ਸੰਘਰਸ਼ ਬਹੁਤ ਵਧੀਆ ਤਰੀਕੇ ਨਾਲ ਕਰ ਰਹੀਆਂ, ਜਿੰਨੀਆਂ ਵੀ ਮੰਨ ਲਓ ਪੰਜਾਬ ਦੀਆਂ, ਬਾਹਰਲੀਆਂ, ਹਰਿਆਣੇ ਦੀਆਂ ਵੀ ਆ, ਜਿਹੜੀਆਂ ਐਕਚੁਅਲ 'ਚ ਸਾਡੀਆਂ ਪੋਲੀਟੀਕਲ ਪਾਰਟੀਆਂ ਆ, ਮੰਨ ਲਓ ਉਹ ਆਪਣੀਆਂ ਮੰਨ ਲਓ ਇਲੈਕਸ਼ਨਾਂ ਨੂੰ ਆਪਣੀਆਂ ਵੋਟਾਂ ਨੂੰ ਮੋਹਰੇ ਰੱਖ ਕੇ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੀਆਂ ਆ, ਜਦ ਕਿ ਕਿਸਾਨ ਵੀਰਾਂ ਨੂੰ, ਮਜ਼ਦੂਰਾਂ ਨੂੰ, ਮੈਂ ਤਾਂ ਇਹ ਵੀ ਕਹੂੰਗਾ ਕਿ ਜਿਹੜੇ ਆਮ ਮੰਨ ਲਓ ਪਬਲਿਕ ਆ, ਜਰਨਲ ਪਬਲਿਕ ਆ, ਉਹਨੂੰ ਵੀ ਆਉਣ ਵਾਲੇ ਸਮੇਂ 'ਚ ਇਹਦਾ ਨੁਕਸਾਨ ਹੋਊਗਾ। ਉਹਨਾਂ ਨੂੰ ਵੀ ਨਾਲ ਹੋ ਕੇ ਕਿਸਾਨਾਂ ਦੇ ਤੇ ਮਜ਼ਦੂਰਾਂ ਨੂੰ ਚਾਹੀਦਾ ਕਿ ਜਿੱਥੇ ਮੰਨ ਲਓ ਪਾਰਟੀਆਂ ਨੂੰ ਛੱਡ ਕੇ ਆਪਣਾ ਇੱਕ ਹੀ ਝੰਡਾ ਬਣਾਉਣ, ਜਿੱਥੇ ਕਿਸਾਨ ਜਥੇਬੰਦੀਆਂ ਦਾ ਮੰਨ ਲਓ ਝੰਡਾ ਬੈਨਰ ਆ, ਉਸ ਬੈਨਰ ਦੇ ਥੱਲੇ ਜਾਣ, ਉਸ ਬੈਨਰ ਦੇ ਥੱਲੇ ਜਾ ਕੇ ਆਪਣਾ ਸੰਘਰਸ਼ ਤੇਜ਼ ਕਰਨ। ਜੇ ਉਹ ਮੰਨ ਲਓ, ਮੇਰੀ ਤਾਂ ਇਹੋ ਹੀ ਰਾਏ ਆ ਵੀ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਕੋਈ ਟਰੈਕਟਰ ਰੈਲੀ ਇੱਧਰ ਨੂੰ ਕਿਸੇ ਲੀਡਰ ਨੇ ਕੱਢ ਲਈ, ਕਿਸੇ ਨੂੰ ਉੱਧਰ ਨੂੰ ਕੱਢ ਲਈ, ਜੇ ਉਹਨਾਂ 'ਚ ਵੰਡੇ ਜਾਣਗੇ, ਇੱਕ ਕਿਸਮ ਦਾ ਮੰਨ ਲਓ ਕਿਸਾਨ ਵੰਡ ਹੋ ਜਾਣੇ ਆ। ਜੇ ਕਿਸਾਨ ਵੰਡ ਹੋ ਜਾਣਗੇ ਤੇ ਉਹ ਮੰਨ ਲਓ ਜਿਹੜਾ ਹੈਗਾ ਉਹਨਾਂ ਦਾ ਸੰਘਰਸ਼ ਮੈਨੂੰ ਲੱਗਦਾ ਸਿਰੇ ਨਹੀਂ ਚੜੂਗਾ। ਇਸ ਕਰਕੇ ਮੇਰਾ ਤਾਂ ਕਿਸਾਨ ਵੀਰਾਂ ਨੂੰ ਇਹੋ ਹੀ ਮੰਨ ਲਓ ਅਪੀਲ ਆ ਕਿ ਉਹ ਜਿੱਥੇ ਮੰਨ ਲਓ ਕਿਸਾਨਾਂ ਦੀ ਪਾਰਟੀ ਨੂੰ ਰਹਿਨਮਾਈ ਕਰਦੇ ਆ, ਜਿੱਥੇ ਕਿਸਾਨਾਂ ਯੂਨੀਅਨਾਂ ਦਾ ਝੰਡਾ ਲੱਗਾ, ਉਸ ਝੰਡੇ ਥੱਲੇ ਹੀ ਆਉਣ, ਸਾਰੇ ਉਹਦੇ ਝੰਡੇ ਥੱਲੇ ਹੋ ਕੇ ਦਿੱਲੀ ਵੱਲ ਨੂੰ ਕੂਚ ਕਰਨ, ਤਾਂ ਹੀ ਇਹਨਾਂ ਦਾ ਕੋਈ ਮਸਲਾ ਹੱਲ ਹੋ ਸਕਦਾ, ਤਾਂ ਹੀ ਇਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਬਚ ਸਕਦੀਆਂ। ਨਹੀਂ ਤਾਂ ਓਵਰਹਾਲ ਸੈਂਟਰ ਗੌਰਮੈਂਟ ਦਾ ਵਿੱਚ ਸਟੇਟ ਗੌਰਮੈਂਟ ਦਾ ਜੋ ਪੁਰਾਣੇ ਨਹੀਂ ਸਾਈਨ ਜਾਂ ਕਿਸੇ ਨੇ ਵੀ ਕੁਛ ਵੀ ਕੀਤਾ ਆ, ਇਨੀ ਲੋਕਾਂ ਨੂੰ ਪਾੜ ਪੂੜ ਕੇ ਤਾਂ ਜੋ ਮਸਲੇ ਆ ਠੰਡੇ ਵਾਸਤੇ ਤਾਂ ਪਾ ਦੇਣੇ ਆ, ਫਿਰ ਮੰਨ ਲਓ ਜਦੋਂ ਪੈ ਗਿਆ ਤਾਂ ਫਿਰ ਗੱਲ ਖਤਮ ਆ। ਵੈਸੇ ਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਤੇ ਕਿਸਾਨ ਵੀਰਾਂ ਨੂੰ ਤਾਂ ਮੈਨੂੰ ਪਲੱਸ ਮਜ਼ਦੂਰਾਂ ਨੂੰ ਇਹੋ ਹੀ ਅਪੀਲ ਆ ਕਿ ਉਹ ਇੱਕ ਝੰਡੇ ਥੱਲੇ ਮੰਨ ਲਓ ਯੂਨੀਅਨਾਂ ਦਾ, ਕਿਸਾਨ ਯੂਨੀਅਨ ਦੇ ਇਕੱਠੇ ਹੋਣ, ਇਕੱਠੇ ਹੋ ਕੇ ਆਪਣਾ ਸੰਘਰਸ਼ ਤੇਜ਼ ਕਰਨ ਔਰ ਲੰਬੇ ਸਮੇਂ ਦੀ ਲੜਾਈ ਲੜਨ ਲਈ ਤਿਆਰ ਹੋਣ। ਈਵਨ ਕਿ ਜੰਤਰ ਮੰਤਰ ਤੇ ਜਾ ਕੇ ਵੀ ਦਿੱਲੀ ਮੰਨ ਲਓ ਕਈ ਜਥੇਬੰਦੀਆਂ ਬੈਠੀਆਂ ਆ, ਉਹ ਮੰਨ ਲਓ ਸਾਲ ਸੰਘਰਸ਼ ਕਰਦੀਆਂ ਪਈਆਂ ਆ। ਉਹ ਕੋਈ ਮੰਨ ਲਓ ਭੁੱਖ ਹੜਤਾਲ ਤੇ ਮੰਨ ਲਓ ਕਾਫੀ ਮਹੀਨਿਆਂ ਤੋਂ ਬੈਠੇ ਆ। ਉਹਨਾਂ ਉਸ ਤਰੀਕੇ ਨਾਲ ਲੜਾਈ ਲੜਨੀ ਪੈਣੀ ਆ। ਉੱਥੇ ਜਾ ਕੇ ਵੀ ਹਰੇਕ ਭਾਵੇਂ ਡਿਸਟ੍ਰਿਕਟ 'ਚੋਂ, ਹਰੇਕ ਕਿਸੇ 'ਚੋਂ ਮੰਨ ਲਓ ਲਾ ਦੇਣ ਡਿਊਟੀ ਵੀ ਆ ਜਾ, ਉੱਥੇ ਤੱਕ ਲੜਾਈ ਲੜਨੀ ਪਊਗੀ ਲੰਬੇ ਸਮੇਂ ਲਈ। ਫਿਰ ਜਾ ਕੇ ਕਿਤੇ ਕੋਈ ਐਕਟ ਦੇ ਵਿੱਚ ਅਮੈਂਡਮੈਂਟ ਹੋ ਸਕਦੀ ਆ। ਤੇ ਜੇ ਪਾਰਟੀਆਂ ਪਿੱਛੇ ਲੱਗ ਗਏ ਫਿਰ ਵੀਰੋ ਔਖਾ ਹੀ ਲੱਗਦਾ ਹੈ। ਤੇ ਆੜਤੀਆਂ ਦਾ ਵੀ ਕਹਿਣਾ ਆ ਕਿ ਜਿਹੜੇ ਕਿਸਾਨ ਜਥੇਬੰਦੀਆਂ ਇਸ ਵੇਲੇ ਸੰਘਰਸ਼ ਤੇ ਬੈਠੀਆਂ ਨੇ, ਉਹਨਾਂ ਨੂੰ ਵੀ ਜਿਹੜਾ ਆਪਣਾ ਸੰਘਰਸ਼ ਜਾਰੀ ਰੱਖਣਾ ਚਾਹੀਦਾ। ਨਾ ਸਿਰਫ ਪੰਜਾਬ ਦੇ ਵਿੱਚ, ਸਗੋਂ ਉਹਨਾਂ ਨੂੰ ਦਿੱਲੀ ਜਾ ਕੇ ਸੰਘਰਸ਼ ਵਿੱਢਣਾ ਚਾਹੀਦਾ ਆ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸੰਘਰਸ਼ ਹੈਗੇ ਉਹ ਬਹੁਤ ਲੰਬੇ ਚੱਲਦੇ ਹਨ, ਤਾਂ ਜਾ ਕੇ ਜਿੱਤ ਹਾਸਲ ਹੁੰਦੀ ਹੈ। ਜੇਕਰ ਇਹ ਸਿਆਸੀ ਪਾਰਟੀਆਂ ਦੇ ਮਗਰ ਲੱਗ ਗਏ ਤਾਂ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਖੇਰੂ ਹੋ ਜਾਣਗੀਆਂ, ਔਰ ਜਿਹੜਾ ਉਹਨਾਂ ਦਾ ਟੀਚਾ ਮਿੱਥਿਆ ਹੋਇਆ ਜਾਂ ਉਹਨਾਂ ਨੇ ਆਪਣਾ ਮੰਤਵ ਮਿੱਥਿਆ ਸੀਗਾ, ਉਹ ਕਿਤੇ ਨਾ ਕਿਤੇ ਗਵਾਚ ਜਾਏਗਾ। ਸੋ ਉਹਨਾਂ ਦਾ ਕਿਸਾਨਾਂ ਨੂੰ ਇਹੀ ਸੁਨੇਹਾ ਹੈ ਕਿ ਇੱਕ ਝੰਡੇ ਥੱਲੇ ਆ ਜਾਓ, ਲਾਮਬੰਦ ਹੋ ਜਾਓ। ਜੇ ਆਪਣੀ ਮੁਹਿੰਮ ਨੂੰ ਸਫਲ ਕਰਨਾ ਤਾਂ ਉਹਨਾਂ ਨੂੰ ਇਕੱਠੇ ਹੋਣਾ ਪਏਗਾ ਔਰ ਦਿੱਲੀ ਹੀ ਜਾਣਾ ਪਏਗਾ, ਤਾਂ ਜਾ ਕੇ ਉਹਨਾਂ ਦੀ ਮੁਹਿੰਮ ਜਿਹੜੀ ਹੈਗੀ ਸਫਲ ਹੋਏਗੀ। ਮੈਂ ਨੀਰਜ, ਕੈਮਰਾਮੈਨ ਚਿਰਾਗ ਦੇ ਨਾਲ, ਸਾਂਝਾ ਮੁੱਦਾ। ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਰਾਏ ਜੁਝਾਰ। ਤੁਸੀਂ ਦੇਖ ਰਹੇ ਹੋ ਹੱਕ ਸੱਚ ਦਾ ਸਾਂਝਾ ਮੁਹਾਜ, ਸਾਂਝਾ ਮੁੱਦਾ। ਥੈਂਕ ਯੂ ਸੋ ਮਚ।